किसान जथेबंदियां ਵੱਲੋਂ ਕੀਤਾ ਚੱਕਾ ਜਾਮ। ਕੱਸੀਆਂ 'ਚ ਥੋੜ੍ਹਾ ਪਾਣੀ ਆਉਣ ਅਤੇ ਮੋਟਰਾਂ ਦੀ ਬਿਜਲੀ ਦੇ ਕੱਟਾਂ ਦੇ ਸਬੰਧ 'ਚ ਫਿਰੋਜ਼ਪੁਰ ਰੋਡ ਢਿਲਮਾਂ ਵਾਲੀ ਕੱਸੀ ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ। ਸਰਕਾਰਾਂ ਅਤੇ ਪ੍ਰਸ਼ਾਸਨ ਦੀ ਵਿਰੋਧਤਾ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਰਕਾਰਾਂ ਦੀਆਂ ਮਾਰੂ ਨੀਤੀਆਂ ਬਾਰੇ ਦੱਸਿਆ। ਇਸ ਮੌਕੇ ਤੇ ਜਸਵੀਰ ਸਿੰਘ ਸਾਧੂਵਾਲਾ ਸੀਨੀਅਰ ਬਲਾਕ ਮੀਤ ਪ੍ਰਧਾਨ, ਜਸਵਿੰਦਰ ਸਿੰਘ ਰੁਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ, ਗੁਰਜੋਤ ਸਿੰਘ ਡੋਡ ਸਾਦਕ ਬਲਾਕ ਪ੍ਰਧਾਨ, ਗਮਦੂਰ ਸਿੰਘ ਸੰਗਰਾਉਰ ਵਾਲੇ ਕਿਸਾਨ ਆਗੂ ਆਦਿ ਹਾਜ਼ਰ ਸਨ। ਇਸ ਮੌਕੇ ਤੇ ਪਿੰਡ ਕੌਣੀ ਦੇ ਕਿਸਾਨਾਂ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਗਿਆ। KSK ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ। जिंदाबाद 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 किसान एकता जिंदाबाद 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 पंजाब सरकार मुर्दाबाद 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 किसानां नाल धक्के करन वालियां सरकारां मुर्दाबाद 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 किसान एकता जिंदाबाद 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 किसान एकता जिंदाबाद 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 नहरी महकमा मुर्दाबाद 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 नहरी महकमा मुर्दाबाद 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 किसान एकता जिंदाबाद 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 एकता जिंदाबाद 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 किसान एकता जिंदाबाद 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 पंजाब सरकार मुर्दाबाद 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 किसानां नाल धक्के करन वालियां सरकारां मुर्दाबाद 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 किसान एकता जिंदाबाद 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 किसान एकता जिंदाबाद 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 नहरी महकमा मुर्दाबाद 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 नहरी महकमा मुर्दाबाद 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 किसान एकता जिंदाबाद जिंदाबाद जिंदाबाद। आप नूं पता ही है कि जो झोने का सीजन चल रहा ਇਹਦੇ ਤੇ ਪਾਣੀ ਦੀ ਕਿੰਨੀ ਆਪਾਂ ਨੂੰ ਜ਼ਰੂਰਤ ਆ, ਜਿਹਦੇ ਤੇ ਜਿਹੜੀ ਆਪਣਾ ਮਾਈਨਰ ਟੂਅਰ ਮਾਈਨਰ ਗੋਲੇ ਵਾਲਾ ਇਹ ਦੂਜੀ ਤੀਜੀ ਵਾਰੀ ਹੋ ਹਟਿਆ ਕਿ ਥੋੜੇ ਜਿਹੇ ਦਿਨਾਂ ਬਾਅਦ ਇਹਨੂੰ ਬੰਦ ਕਰ ਦਿੰਦੇ ਆ, ਪਾਣੀ ਘਟਾ ਦਿੰਦੇ ਆ। ਪਹਿਲਾਂ ਵੀ ਤੁਸੀਂ ਸਾਰਿਆਂ ਨੇ ਇੱਥੇ ਸਹਿਯੋਗ ਨਾਲ ਧਰਨਾ ਲਾਇਆ ਔਰ ਪਾਣੀ ਛੜਾਇਆ, ਫਿਰ ਵਿੱਚ ਦੀ ਦੋ ਵਾਰੀ ਫਿਰ ਇਹ ਹੋਇਆ ਕਿ ਬੰਦ ਦਾ ਆ ਗਿਆ, ਫਿਰ ਪ੍ਰਸ਼ਾਸਨ ਨੂੰ ਇਹ ਕਹਿ ਕੇ ਵੀ ਅਸੀਂ ਫਿਰ ਜਾਮ ਲਾਉਣ ਲੱਗੇ ਆ ਤੇ ਦੁਬਾਰਾ ਪਾਣੀ ਛੜਾਇਆ। ਪਰ ਜਿਹੜੀਆਂ ਵਾਰੀਆਂ ਦੇ ਵਿੱਚ ਪਾਣੀ ਘਟ ਜਾਂਦਾ ਉਹਨਾਂ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ। ਉਧਰੋਂ ਪਾਵਰ ਕਾਊਂ ਬਹਾਨੇ ਬਣਾ ਕੇ ਬਿਜਲੀ ਦੇ ਪਾਵਰ ਕੱਟ ਦੇ ਤੇ ਪਾਵਰ ਕੱਟ ਲਾ ਕੇ ਲਾਈਟ ਘੱਟ ਦੇ ਰਿਹਾ। ਇਸ ਕਰਕੇ ਕਿਸਾਨ ਬਹੁਤ ਦੁਖੀ ਆ। ਦੁਖੀ ਦੇ ਕਾਰਨ ਕੱਲ੍ਹ ਦੀ ਜੋ ਕੱਸੀ ਦਾ ਬੰਦ ਦਾ ਆਇਆ ਉਸੇ ਵੇਲੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਕਿ ਕੱਲ੍ਹ ਨੂੰ 11 ਵਜੇ ਤੱਕ ਜੇਕਰ ਪਾਣੀ ਨਾ ਛੱਡਿਆ ਗਿਆ ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਪਰ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ, ਜਿਹਦੇ ਕਰਕੇ ਅੱਜ ਫਿਰ ਵੀ ਉਡੀਕ ਕੇ ਅੱਧਾ ਘੰਟਾ ਹੁਣ ਤਿੰਨੀ ਥਾਈਂ ਜਿਵੇਂ ਆਹ ਪੁਆਇੰਟ ਆ ਜਨੇਰੀਆਂ ਵਾਲਾ ਪੁਲ, ਟਿੰਗਰਿਆਂ ਵਾਲਾ ਪੁਲ ਤੇ ਰਾਜੋ ਵਾਲਾ ਪੁਲ, ਤਿੰਨਾਂ ਤੇ ਇਸ ਤਰੀਕੇ ਨਾਲ ਆਪਾਂ ਅੱਜ ਜਾਮ ਲਾਤੇ ਆ। ਔਰ ਇਹ ਜਾਮ ਉਦੋਂ ਤੱਕ ਆ ਜਦੋਂ ਤੱਕ ਕੋਈ ਪ੍ਰਸ਼ਾਸਨ ਆਪਣੀ ਜਿਹੜੇ ਕੰਮ ਦੀ ਬਾਬਤ ਆਪਾਂ ਪਾਣੀ ਦੀ ਬਾਬਤ ਧਰਨਾ ਲਾਇਆ, ਜਿੰਨਾ ਚਿਰ ਪਾਣੀ ਛੱਡਿਆ ਨਹੀਂ ਜਾਂਦਾ ਉਹਨਾਂ ਚਿਰ ਧਰਨਾ ਆਪਣਾ ਇੱਥੇ ਇਸੇ ਤਰ੍ਹਾਂ ਰਹੂਗਾ। ਸਾਰਿਆਂ ਨੇ ਸਹਿਯੋਗ ਕਰਨਾ ਔਰ ਸਹਿਯੋਗ ਦੇ ਨਾਲ ਜਿਹੜੇ ਰਾਹਗੀਰ ਲੰਘਣ ਵਾਲੇ ਆ ਆਪਾਂ ਕਿਸੇ ਨਾਲ ਬੈਠਣਾ ਨਹੀਂ। ਕਈ ਵਾਰੀ ਕੋਈ ਮਰੀਜ਼ ਹੁੰਦਾ ਤੇ ਆਪਾਂ ਉਹਦਾ ਨੁਕਸਾਨ ਕਰ ਬੈਠਦੇ ਆ। ਆਪਾਂ ਜਿਹੜਾ ਕੋਈ ਨਗਾਉਣਾ ਐਂਬੂਲੈਂਸ ਜਾਂ ਕੋਈ ਸਕੂਲ ਕਾਲਜ ਦੀ ਕੋਈ ਬੱਸ ਆ ਗਈ ਉਹ ਨਗਾਉਣੀ ਹੈ। ਇਸੇ ਤਰ੍ਹਾਂ ਮਿਲਟਰੀ ਵਾਲਿਆਂ ਦੀਆਂ ਗੱਡੀਆਂ ਆ ਜਾਂਦੀਆਂ ਉਹ ਵੀ ਆਪਾਂ ਨਗਾਉਣੀਆਂ। ਕਿਸਾਨ ਵੀਰੋ ਆਪਾਂ ਬੈਠਣਾ ਨਹੀਂ। ਕਈ ਵਾਰੀ ਕੋਈ ਲੇਡੀਜ਼ ਇਕੱਲੀ ਸਕੂਟਰੀ ਤੇ ਆਉਂਦੀ ਹੁੰਦੀ ਆ, ਉਹਦੀ ਵੀ ਮਜਬੂਰੀ ਹੁੰਦੀ, ਉਹ ਵੀ ਆਪਣੀਆਂ ਧੀਆਂ ਭੈਣਾਂ, ਜੇਕਰ ਆਪਾਂ ਉਹਨਾਂ ਨੂੰ ਪਾਸੇ ਦੀ ਲਗਾਵਾਂਗੇ ਤਾਂ ਠੀਕ ਨਹੀਂ, ਉਹਨਾਂ ਨੂੰ ਵੀ ਆਪਾਂ ਨੂੰ ਨਾਂਗਾ ਦੇ ਦੇਣਾ ਚਾਹੀਦਾ। ਇਹਨਾਂ ਗੱਲਾਂ ਦਾ ਸਾਰੇ ਜਣੇ ਧਿਆਨ ਰੱਖੋ ਜੋ। ਔਰ ਇਹ ਧਰਨਾ ਆਪਣਾ ਉਦੋਂ ਤੱਕ ਰਹੂਗਾ ਜਿੰਨਾ ਚਿਰ ਆਪਾਂ ਨੂੰ ਕੋਈ ਪੂਰਾ ਵਿਸ਼ਵਾਸ ਨਹੀਂ ਮਿਲਦਾ ਕਿ ਕਦੋਂ ਇਹ ਪਾਣੀ ਛੱਡਿਆ ਜਾਣਾ। ਜਿਵੇਂ ਆਪਣੇ ਆਗੂ ਸਾਹਿਬਾਨ ਉੱਪਰੋਂ ਆਪਾਂ ਨੂੰ ਕੋਈ ਹਦਾਇਤ ਕਰਨਗੇ ਉਸੇ ਮੁਤਾਬਕ ਚੱਲਾਂਗੇ। ਇੰਨੀਆਂ ਬੇਨਤੀਆਂ ਮਨਜ਼ੂਰ ਕਰੋ ਜੋ। ਵਾਹਿਗੁਰੂ ਜੀ ਕਾ ਖਾਲਸਾ। ਕਿ ਪ੍ਰਧਾਨ ਜੀ ਮੇਰੇ ਵੱਸ ਦਾ ਰੋਗ ਨਹੀਂ ਇਹ ਨਹਿਰਾਂ 'ਚ ਪਾਣੀ ਛੱਡਣਾ, ਮੇਰੇ ਵੱਸ ਦਾ ਰੋਗ ਨਹੀਂ। ਮੈਂ ਉਹਨੂੰ ਅੱਗੋਂ ਇਹ ਜਵਾਬ ਦਿੱਤਾ ਸੀਗਾ, ਮੈਂ ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਇਸ ਡਿਪਾਰਟਮੈਂਟ ਦੇ ਗਾਈਡਡ ਆਫੀਸਰ ਹੋ, ਅਸੀਂ ਤੁਹਾਨੂੰ ਕਹਾਂਗੇ ਅੱਗੇ ਅਪਰੋਚ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ।
ਤਾਂ ਅੱਗੋਂ ਸ਼੍ਰੀ ਮਾਨ ਜੀ ਦਾ ਜਵਾਬ ਸੀ ਕਿ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਐਕਸੀ ਨਾਲ ਐਸਸੀ ਨਾਲ ਤੇ ਚੀਫ ਸਾਹਿਬ ਨਾਲ ਗੱਲ ਕਰ ਲਓ। ਮੈਂ ਅੱਗੋਂ ਨੂੰ ਇਹ ਜਵਾਬ ਦਿੱਤਾ ਸੀਗਾ, ਮੈਂ ਆਖਿਆ ਜੀ ਅਸੀਂ ਗੱਲ ਨਹੀਂ ਕਰਨੀ ਕਿਸੇ ਨਾਲ, ਅਸੀਂ ਤੁਹਾਨੂੰ ਸਿਨਾ ਲਾਉਣਾ ਸੀ, ਅੱਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਕੱਲ੍ਹ ਨੂੰ ਸਾਥੋਂ ਲੋਕ ਬਾਹਰ ਹੋ ਕੇ ਜਾਂ ਸਾਡੀ ਮਜਬੂਰੀ ਬਣ ਗਈ ਅਸੀਂ ਸੜਕਾਂ ਜਾਮ ਕਰਾਂਗੇ, ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ। ਮੈਂ ਤੁਹਾਨੂੰ ਸੁਨੇਹਾ ਲਾ ਦਿੱਤਾ। ਕੱਲ੍ਹ ਤਕਰੀਬਨ 11:30 ਪੌਣੇ 12 ਦੀ ਮੇਰੀ ਕੁਲਦੀਪ ਸਿੰਘ ਨਾਲ ਗੱਲ ਹੋਈ ਐਸਡੀਓ ਸਾਹਿਬ ਨਾਲ। ਸੋ ਉਹਨਾਂ ਦੇ ਧਿਆਨ ਹਿੱਤ ਹੈ ਗੱਲ, ਮਚਲਾਪਣ ਭੋਲਾਪਣ ਜਾਂ ਆਪਾਂ ਨੂੰ ਵੇਖਣਾ ਸਬਰ ਪਰਖਣਾ, ਇਹ ਉਹ ਆਪਾਂ ਨੂੰ ਦੇਖ ਰਹੇ ਆ, ਤੁਹਾਨੂੰ ਦੇਖ ਰਹੇ ਆ ਕਿ ਲੋਕ ਆਉਂਦੇ ਵੀ ਆ ਕਿ ਸਾਨੂੰ ਇਕੱਲੇ ਇਹਨਾਂ ਦੇ ਲੀਡਰ ਜਾਂ ਆਗੂ ਅਗਲੇ ਪਾਸੇ ਬੈਠੇ ਜਿਹੜੇ ਆ 2-4 ਇਹ ਸਾਨੂੰ ਗੁੰਮਰਾਹ ਤਾਂ ਨਹੀਂ ਕਰ ਰਹੇ ਕਿਤੇ। ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਕੱਲ੍ਹ ਦੇ ਐਸਡੀਓ ਦੇ ਇਸ ਬਿਆਨ ਨਾਲ ਸਾਡਾ ਇਕੱਠ ਹੈ ਜਿਹੜਾ ਬੇਸ਼ੱਕ ਥੋੜ੍ਹਾ, ਕਿਉਂਕਿ ਸਾਨੂੰ 3 ਪੁਆਇੰਟਾਂ ਤੇ ਐਮਰਜੈਂਸੀ ਸਾਨੂੰ ਇਕੱਠ ਕਰਨਾ ਪਿਆ, ਪਰ ਅਸੀਂ ਉੱਠਾਂਗੇ ਉਦੋਂ ਜਦੋਂ ਸਾਡਾ ਇਹ ਮਸਲਾ ਹੱਲ ਹੋ ਗਿਆ। ਤੇ ਨਾਲ ਅਸੀਂ ਇਤਕੀ ਲਿਖਤ ਰੂਪ 'ਚ ਇਹ ਲਵਾਂਗੇ ਕਿ ਜਿੰਨਾ ਝੁਰਨੇ ਪੱਕਦੇ ਉਹਨਾਂ ਚਿਰ ਅਸੀਂ ਨਹਿਰਬੰਦੀ ਨਹੀਂ ਹੋਣੀ ਚਾਹੀਦੀ। ਸੋ ਅਗਲੀਆਂ ਗੱਲਾਂ ਜਿਹੜੀਆਂ ਪਿੱਛੇ ਤੁਸੀਂ ਦੇਖਿਆ ਹੋਣਾ, ਪਾਵਰਕਾਮ ਦੀ ਜਿਹੜੀ ਗੱਲ ਚੱਲੀ ਹੈ, ਪਾਵਰਕਾਮ ਨੇ ਵੀ ਆਪਾਂ ਨੂੰ ਨਿਚੋੜ ਕੇ ਰੱਖਿਆ, ਕਿਉਂਕਿ ਤੁਹਾਨੂੰ ਪਤਾ ਕਿ ਤੁਸੀਂ ਸਾਰੇ ਸਮਝਦਾਰ ਸਿਆਣੇ ਹੋ ਕਿ 2 ਰੁਪਏ 2.5 ਰੁਪਏ ਯੂਨਿਟ ਬਿਜਲੀ ਖਰੀਦ ਕੇ ਤੇ ਸਾਨੂੰ ਵਪਾਰਕ ਲੈਣ ਵਿੱਚ 10 ਰੁਪਏ ਯੂਨਿਟ ਪੰਜਾਬ ਸਰਕਾਰ ਦੇ ਰਹੀ ਹੈ, ਜਿਹੜੀ ਤੁਹਾਡੀ ਹਤਾਇਸ਼ੀ ਬਣਦੀ ਹੈ। ਇਸ ਤੋਂ ਵੱਡਾ ਦੁੱਖ ਸਾਨੂੰ ਇਹ ਆ ਰਿਹਾ ਯਾਰ ਕਿ ਅਸੀਂ ਸਾਡਾ 600-700 ਬੰਦਾ ਸਾਡਾ ਮਰ ਗਿਆ, ਸਾਡੇ ਭਰਾ ਪੁੱਤ ਭਤੀਜੇ ਉੱਥੇ ਸਾਡੇ ਸ਼ਹੀਦ ਹੋ ਗਏ ਬਾਰਡਰ ਤੇ ਅਸੀਂ ਅੱਜ ਵੀ 2 ਹੱਥਾਂ ਨਾਲ ਕੁੱਟ ਕੇ ਪੂਛਾਂ ਫੜ ਲਈਆਂ ਨੇ ਸਿਆਸੀ ਪਾਰਟੀ ਨੇ, ਜਿਨ੍ਹਾਂ ਨੇ ਸਾਨੂੰ 75 ਸਾਲ ਲੁੱਟਿਆ। ਸਾਨੂੰ ਸ਼ਰਮ ਚਾਹੀਦੀ ਇਸ ਗੱਲ ਦੀ ਯਾਰ ਕਿ ਅਸੀਂ ਕਰਦੇ ਕੀ ਫਿਰਦੇ ਆ, ਸਾਡੇ ਹੋ ਕੀ ਰਿਹਾ ਸੀ, ਸਾਡੀ ਜ਼ਮੀਰ ਹੀ ਮਰ ਗਈ ਜਮਾਂ ਇਸ ਗੱਲ ਤੋਂ ਕਿ ਜਿਨ੍ਹਾਂ ਨੂੰ ਅਸੀਂ ਆਪਦੇ ਬਣਾਉਂਦੇ ਸੀ ਉਹਨਾਂ ਨੂੰ ਆਪਦੇ ਤੁਹਾਡੇ ਨਹੀਂ ਬਣੇ, ਉਹਨਾਂ ਆਪਦੀਆਂ ਪ੍ਰਾਪਰਟੀਆਂ ਬਣਾਈਆਂ, ਆਪਦੇ ਮਹਿਲ ਉਸਾਰੇ, ਆਪਦੀਆਂ ਤਜੌਰੀਆਂ ਭਰੀਆਂ, ਜਿਹਦੇ ਰਾਹੀਂ ਤੁਹਾਡੇ ਰਾਹੀਂ। ਪਰ ਅਸੀਂ ਅੱਜ ਫੇਰ ਵੀ ਇੰਨੀ ਦੁਰਦਸ਼ਾ ਤੇ ਹੋ ਚੁੱਕੀ ਸਾਡੇ ਕੋਲ ਜ਼ਮੀਨ ਖੁੱਸਣ ਜਾ ਰਹੀ ਹੈ। ਅਸੀਂ 10 ਮਹੀਨੇ 9 ਮਹੀਨੇ ਉੱਥੇ ਬੈਠੇ 2.5 ਮਹੀਨੇ ਅਸੀਂ ਇੱਥੇ ਲਾ ਕੇ ਤੇ ਅਸੀਂ ਸਾਡੀ ਕੋਈ ਜ਼ਮੀਨ ਨਹੀਂ, ਸਾਡੀ ਕੋਈ ਇੱਜ਼ਤ ਨਹੀਂ ਰਹਿ ਗਈ ਯਾਰ। ਗੱਲ ਪਿੱਛੇ ਮੈਨੂੰ ਸ਼ਰਮੋਂ ਦੀ ਗੱਲ ਕਹਿੰਦੇ ਨੂੰ ਕਿ ਅਸੀਂ ਅੱਜ ਵੀ ਯਾਰ ਉਹਨਾਂ ਦੇ ਤੱਕੜੀਆਂ 'ਚ ਵੜ ਭੱਜੇ ਤੁਰੇ ਜਾਂਦੇ ਆ। ਜੇ ਇੱਥੇ ਪਿੱਛੇ ਵਾਰੀ ਉਹਦੇ ਧਰਨ ਲਾ ਕੇ ਨਹੀਂ ਛੜਾਈ ਤੇ ਸਾਡੇ ਕੰਨਾਂ 'ਚ ਆਵਾਜ਼ ਪਈ, ਆਖਰ ਕਹਿਤਾ ਜੀ ਆਪਣੇ ਆਕਾ ਨੂੰ ਫੋਨ ਕਰਤਾ, ਨਾਲ ਦੀ ਪਾਣੀ ਛੱਡਤਾ। ਉਹ ਹੁਣ ਆਕਾ ਨੂੰ ਕੋ ਜਿਹੜੇ ਉਦੋਂ ਕਹਿੰਦੇ ਸੀਗੇ ਜਿੰਨਾ ਚਿਰ ਤੁਸੀਂ ਧੁੱਪੇ ਨਹੀਂ ਸਾਧਦੇ, ਤੁਸੀਂ ਆਪਦਾ ਤਪ ਨਹੀਂ ਸਾਧਦੇ, ਉਹਨਾਂ ਚਿਰ ਤੁਹਾਡੀ ਮਸਲੇ ਦੀ ਕੋਈ ਹੱਲ ਨਹੀਂ ਹੁੰਦਾ। ਆ ਤੁਸੀਂ ਦੇਖੋ ਨਾ ਪਿਛਲੇ ਹਫ਼ਤੇ ਗੰਨਾ ਗੰਨੇ ਰੌਲਾ ਪਿਆ, ਬੇਸ਼ੱਕ ਦੇ 50 ਰੁਪਏ ਵਧੇ, ਪਰ ਤੁਹਾਨੂੰ ਕੱਢਣਾ ਤਾਂ ਪਿਆ ਨਾ, ਤੁਹਾਨੂੰ ਆਪਦਾ ਤਪ ਦਾ ਸਾਧਨਾ ਪਿਆ ਨਾ, ਸਰਕਾਰ ਦੇ ਨੱਕ 'ਚ ਦਮ ਲਿਆਉਣਾ ਪਿਆ ਨਾ। ਮੈਂ ਅੱਜ ਵੀ ਬੇਨਤੀ ਕਰੂੰਗਾ ਸਟੇਜ ਤੋਂ, ਬੇਸ਼ੱਕ ਅਸੀਂ ਥੋੜ੍ਹੇ ਆ ਪਰ ਅਸੀਂ ਇਹ ਲਿਖਤੀ ਰੂਪ 'ਚ ਲਵਾਂਗੇ ਅੱਜ ਇਹ ਗੱਲ ਕਿ ਜਿੰਨਾ ਚਿਰ ਸਾਡਾ ਝੋਨਾ ਪੌਦਾ ਉਹਨਾਂ ਚਿਰ ਅਸੀਂ ਬੰਦੀ ਨਹੀਂ ਹੋਣੀ। ਕੀ ਤੁਸੀਂ ਸਹਿਮਤ ਹੋ ਨਾਲ? ਸੋ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਅਸੀਂ ਜਿੰਨਾ ਚਿਰ ਸਾਨੂੰ ਇੱਥੇ ਇਹ ਇਰੀਗੇਸ਼ਨ ਮਹਿਕਮੇ ਦਾ ਡਿਪਾਰਟਮੈਂਟ ਦਾ ਕੋਈ ਅਧਿਕਾਰੀ ਆ ਕੇ ਸਾਡੀ ਗੱਲ ਨਹੀਂ ਸੁਣਦਾ, ਸਾਡੇ ਨਾਲ ਲਿਖਤੀ ਰੂਪ ਵਾਅਦੇ ਕਰਦੇ ਉਹਨਾਂ 'ਚ ਅਸੀਂ ਇਹ ਸੜਕ ਦਾ ਜਾਮ ਨਹੀਂ ਖੁੱਲ੍ਹਾਂਗੇ। ਬੇਸ਼ੱਕ ਸਾਨੂੰ ਰਾਤਾਂ ਇੱਥੇ ਬਹਿਣਾ ਪੈ ਜਾਵੇ, ਜੇ ਅਸੀਂ ਦਿੱਲੀ ਬਹਿ ਸਕਦੇ 10 ਮਹੀਨੇ, ਇੱਥੇ 4 ਦਿਨ ਬਹਿ ਸਕਦੇ ਬੈਠਾਂਗੇ ਜੀ ਬੈਠਾਂਗੇ। ਸੋ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੇ ਜੋ। ਮੈਂ ਬੇਨਤੀ ਕਰੂ ਸਰਦਾਰ ਜਸਵਿੰਦਰ ਸਿੰਘ ਪੰਜਾਲਾ ਨੂੰ, ਜ਼ਿਲ੍ਹੇ ਪ੍ਰਧਾਨ ਡੀਕੇ ਕਾਦੀਆਂ ਗਰੁੱਪ ਦੇ, ਉਹ ਤੁਹਾਨੂੰ ਆਪਣੀ ਗੱਲ ਸਾਂਝੀ ਕਰ। ਅੱਜ ਵੱਖ-ਵੱਖ ਪਿੰਡਾਂ ਤੋਂ ਆਏ ਇਸ ਪ੍ਰਸ਼ਾਸਨ ਦੇ ਸਤਾਏ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜਮਦੂਰ ਸਿੰਘ ਨੇ ਦੱਸਿਆ ਵੀ ਕੱਲ੍ਹ 12-1 ਵਜੇ ਤਾਈਂ ਤਾਂ ਭੰਬਲ ਭੁੱਸਾ ਇਹੀ ਰਿਹਾ, ਕਿਉਂਕਿ ਪਰਸੋਂ ਜਿਹੜੀ ਨਹਿਰ ਆ, ਪਰਸੋਂ ਨਹਿਰ ਬਹੁਤ ਉੱਪਰ ਦੀ ਵਗਦੀ ਸੀਗੀ। ਕਿਸੇ ਨੂੰ ਤਾਂ ਇਹ ਭੁਲੇਖਾ ਸੀ ਸਰਦਾਰ ਜਮਦੂਰ ਸਿੰਘ ਨੇ ਔਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਪਿੰਦਰ ਸਿੰਘ ਜੀ ਰੁਪਈਆਂ ਵਾਲਾ, ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ। ਇੱਕ ਗੱਲ ਗਮਦੂਰ ਸਿੰਘ ਨੇ ਕਹੀ ਸੀ ਕਿ ਕੱਸੀ ਜਿਸ ਦਿਨ ਪਹਿਲਾਂ ਵੀ ਛੜਾਈ ਆ ਧਰਨਾ ਲਾ ਕੇ, ਉਸ ਦਿਨ ਇਹ ਕਿਹਾ ਜਾ ਰਿਹਾ ਸੀ ਵੀ ਅਸੀਂ ਆਪਦੇ ਆਕਿਆਂ ਨੂੰ ਫੋਨ ਕੀਤਾ ਤੇ ਸਾਡੇ ਆਕਿਆਂ ਨੇ ਕੱਸੀ ਛੜਾਈ। ਪਰ ਮੈਂ ਆਪਦੇ ਧਿਆਨ ਦੇ ਵਿੱਚ ਇੱਕ ਗੱਲ ਲਿਆ ਦੇਣੀ ਚਾਹੁੰਦਾ ਕਿ ਤੁਹਾਡੇ ਨਾਲ ਧਰਨੇ ਤੇ ਬੈਠੇ ਲੋਕ ਵੀ ਇਹ ਗੱਲ ਕਹਿ ਰਹੇ ਸੀ ਵੀ ਕੱਸੀ ਦਾ ਹੀ ਉੱਪਰੋਂ ਛੜਾਈ ਆ, ਤਾਂ ਧਰਨਾ ਤਾਂ ਇੱਕ ਫਾਰਮੈਲਿਟੀ ਸੀ ਜਥੇਬੰਦੀ ਦੀ। ਤੁਹਾਡੇ ਵਿੱਚ ਬੈਠੇ ਬੰਦੇ ਵੀ ਇਹ ਗੱਲ ਕਹਿ ਰਹੇ ਸੀ, ਮੈਂ ਤਾਂ ਦਿੱਲੀ ਸੀ ਪਰ ਮੈਨੂੰ ਮੈਸੇਜ ਇਹ ਲੱਗਿਆ ਵੀ ਇੱਥੇ ਵੀ ਇਹ ਗੱਲਾਂ ਇਹੋ ਜਿਹੀਆਂ ਹੋਈਆਂ। ਜਿੰਨਾ ਚਿਰ ਭਰਾਵੋ ਇਹ ਪੁੱਛਾਂ ਛੱਡਦੇ ਨਹੀਂ ਗਏ, ਉਹਨਾਂ ਚਿਰ ਤੁਹਾਡੇ ਨਾਲ ਇਹੀ ਹੁੰਦਾ ਰਹਿਣਾ, ਇਹੀ ਛਿੱਤਰ ਪੈਂਦੇ ਰਹਿਣੇ। ਸਵਾਰ ਕੇ ਪਤਾ ਆਪਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬਿਠਾਉਣ ਵਾਲੇ ਕੌਣ ਆ, ਸਾਰਿਆਂ ਨੂੰ ਪਤਾ ਆਪਾਂ ਨੂੰ। ਪਰ ਆਪਾਂ ਅੱਜ ਵੀ
ਕਿਸ ਤਰੀਕੇ ਨਾਲ ਕਿਸਾਨੀ ਦਾ ਝੰਡਾ ਝੂਲਿਆ ਤੁਹਾਡੀਆਂ ਗੱਡੀਆਂ ਤੇ, ਤੁਹਾਡੇ ਟਰੈਕਟਰਾਂ ਤੇ, ਤੁਹਾਡੇ ਮੋਟਰਸਾਈਕਲਾਂ ਤੇ ਜਿਵੇਂ ਜਿਵੇਂ ਇਲੈਕਸ਼ਨ ਦਾ ਨੇੜਾ ਆਉਂਦਾ ਉਵੇਂ ਉਵੇਂ ਝੰਡਾ ਕਿਹੜਾ ਝੂਲਦਾ ਫਿਰਦਾ ਤੁਹਾਨੂੰ ਸਾਰਿਆਂ ਨੂੰ ਪਤਾ। ਕੀ ਆਪਾਂ ਉਹ ਕਾਨੂੰਨ ਜਿਹੜੇ ਰੱਦ ਕਰਾਉਣ ਗਏ ਆ ਉਹ ਕਰਾ ਲਏ? ਕੀ ਜਿਹੜੀਆਂ ਆਪਣੇ ਹੁਣ ਤੱਕ ਜੁੱਤੀਆਂ ਪਈਆਂ ਆਪਾਂ ਉਹਨਾਂ ਨੂੰ ਭੁੱਲ ਗਏ? ਸਾਥੀਓ, ਜਿੰਨਾ ਚਿਰ ਆਪਾਂ ਇਸ ਚੀਜ਼ ਤੋਂ ਦੂਰੀ ਨਹੀਂ ਬਣਾਉਂਦੇ, ਇਹਨਾਂ ਲੋਕਾਂ ਨੂੰ ਨਹੀਂ ਸਮਝਦੇ, ਉਹਨਾਂ ਚਿਰ ਆਪਣੇ ਮਸਲੇ ਜਿਉਂ ਦੀ ਤਿਉਂ ਹੀ ਰਹਿਣਗੇ। ਕੀ ਜਿਹੜੇ ਆਪਣੇ ਆਗੂ ਉਹ ਕਿਸਾਨਾਂ ਦੇ ਪੁੱਤ ਨਹੀਂ? ਪਾਰਟੀਆਂ ਦੇ, ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਰਿਹਾ ਕਿ ਉਹ ਕਹਿ ਤਾਂ ਇਹ ਗੱਲ ਦਿੰਦੇ ਵੀ ਅਸੀਂ ਵੀ ਕਿਸਾਨ ਆ, ਪਰ ਜੇ ਕਿਸਾਨ ਆ ਇਹ ਤਾਂ ਪਤਾ ਨਾ ਵੀ ਸੀਜ਼ਨ ਕਿਹੜਾ ਚੱਲ ਰਿਹਾ। ਕੀ ਇਸ ਸੀਜ਼ਨ ਦੇ ਵਿੱਚ ਪਾਣੀ ਦੀ ਲੋੜ ਨਹੀਂ ਤੁਹਾਡੇ ਝੋਨੇ ਨੂੰ? ਤੇ ਨਹਿਰਾਂ ਬੰਦ ਕਰਨ ਵਾਲੀ ਕਿਹੜੀ ਕਹਾਣੀ ਹੈ? ਜੇਕਰ ਤੁਹਾਨੂੰ ਫਲੱਡ ਨੇ ਮਾਰਿਆ ਤੇ ਸੇਮ ਨਾਲਾਂ ਦੀ ਸਫਾਈ ਕਰਨ ਵਾਲੀ ਸੀ, ਉਹ ਵੀ ਇਹਨਾਂ ਨੇ ਬਾਅਦ ਦੇ ਵਿੱਚ ਕਰਵਾਈ, ਐਤਕੀ ਦਾ ਖੈਰ ਪਹਿਲਾਂ ਕਰਵਾਤੀ। ਇਸੇ ਤਰ੍ਹਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਹਰੀਕੇ ਪੱਤਣ ਜਿਹੜੇ ਉਹ ਡੈਮ ਬਣੇ ਆ ਤਾਂ ਪਾਣੀ ਨਹੀਂ ਮੁੱਕ ਸਕਦਾ। ਉਹ ਸਾਰੀ ਇਹਨਾਂ ਦੀ ਰੇਤੇ ਨਾਲ ਭਰੀ ਪਈ ਹੈ। ਰੇਤਾ ਕੀ ਕੱਲ ਨੂੰ ਅਸੀਂ ਬਹੁਤ ਸਾਰੇ ਰਾਏ ਦਿੱਤੇ ਇਹਨਾਂ ਦੇ ਵੱਡੇ ਸੀਨੀਅਰ ਅਫਸਰਾਂ ਨੂੰ ਵੀ ਉੱਥੇ ਜ਼ਿਮੀਂਦਾਰ ਨੂੰ ਕੋਈ ਮਾਮੂਲੀ 100 ਰੁਪਇਆ ਪਰਚੀ ਲਾ ਦਿਓ, ਜ਼ਿਮੀਂਦਾਰ ਹੀ ਕੱਢ ਲਿਆਉਣਗੇ ਰੇਤਾ। ਜ਼ਿਮੀਂਦਾਰ ਫੁੱਲ ਦਾ ਤਾਂ ਦੇਣਾ ਤੇ ਇਹਨਾਂ ਨੇ ਤਾਂ ਵੇਚਣਾ 10,000 ਨੂੰ ਟਰਾਲੀ, ਆਪਾਂ ਨੂੰ ਕਦੋਂ ਦੇ ਦਿੰਦੇ ਫੁੱਲ। ਇਸ ਕਰਕੇ ਸਾਰਾ ਜਿਹੜਾ ਮਾਫੀਆ ਸਾਰਾ ਇਹਨਾਂ ਸਰਕਾਰਾਂ ਦੇ ਕਿਸੇ ਨੂੰ ਲਾਇਆ ਕੋਈ ਆਖੀ ਜਾਂਦਾ ਜੀ। ਤੇ ਪਿੰਡਾਂ ਤੋਂ ਪਹੁੰਚੇ ਹੋਏ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਾਥੀ ਅਤੇ ਨੌਜਵਾਨ ਵੀਰੋ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਸ ਤੋਂ ਪਹਿਲਾਂ ਮੇਰੇ ਸਹਿਯੋਗੀ ਜੋ ਬਾਕੀ ਕਿਸਾਨ ਯੂਨੀਅਨਾਂ ਦੇ ਜੋ ਨੁਮਾਇੰਦੇ ਨੇ ਉਹ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਬਈ ਕਿਸ ਤਰ੍ਹਾਂ ਇਹ ਜਿਹੜੀਆਂ ਸਰਕਾਰਾਂ ਏ ਆਪਾਂ ਨੂੰ ਇੱਧਰ ਉਲਝਾ ਕੇ ਜਿਹੜਾ ਦਿੱਲੀ ਮੋਰਚਾ ਲੱਗਿਆ ਹੋਇਆ ਏ ਉਸ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ। ਪਿਛਲੇ ਦਿਨੀ ਅਸੀਂ ਦਿੱਲੀ ਜਾ ਕੇ ਆਏ ਆ, ਉੱਥੇ ਜਿਹੜਾ ਇਕੱਠ ਉਹ ਪਹਿਲਾਂ ਦੀ ਤਰ੍ਹਾਂ ਫੇਰ ਜਿਹੜਾ ਉਹ ਵੱਧ ਰਿਹਾ ਏ। ਚਹਿਲ ਪਹਿਲ ਜਿਹੜੀ ਉਹ ਦਿੱਲੀ ਦੇ ਬਾਰਡਰਾਂ ਤੇ ਵਧੀ ਹੋਈ ਆ। ਇਹ ਸਰਕਾਰਾਂ ਨੂੰ ਫੇਰ ਜਿਹੜਾ ਇਹ ਅੰਦਰੋਂ ਜਿਹੜਾ ਝੂਰਾ ਲੱਗਿਆ ਏ ਵੀ ਦਿੱਲੀ ਦੇ ਬਾਰਡਰਾਂ ਦੇ ਫੇਰ ਜਿਹੜੇ ਕਿਸਾਨ ਆਪਦੇ ਇੱਧਰਲੇ ਜਿਹੜੇ ਖੇਤੀ ਤੋਂ ਥੋੜੇ ਜਿਹੇ ਸੁਖਾਲੇ ਹੋ ਕੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਗਏ ਆ। ਇਹਨਾਂ ਸਰਕਾਰਾਂ ਨੇ ਵਿਉਂਤਬੰਦੀ ਕੀਤੀ ਆ ਵੀ ਉੱਥੋਂ ਕਿਵੇਂ ਨਾ ਕਿਵੇਂ ਕਿਸਾਨਾਂ ਦੀ ਜਿਹੜੀ ਗਿਣਤੀ ਆ ਜਿਹੜਾ ਇਕੱਠ ਆ ਉਹ ਘਟਾਇਆ ਜਾਵੇ। ਜਿਸ ਤਰ੍ਹਾਂ ਪਹਿਲਾਂ ਮਹੀਨਾ ਡੇਢ ਮਹੀਨਾ ਪਹਿਲਾਂ ਕੱਸੀਆਂ ਦੀ ਬੰਦੀ ਕੀਤੀ ਇੱਕ ਹਫ਼ਤੇ ਵਾਸਤੇ, ਹੁਣ ਫੇਰ ਇੱਕ ਹਫ਼ਤੇ ਵਾਸਤੇ ਬੰਦੀ ਦਾ ਜਿਹੜਾ ਐਲਾਨ ਕੀਤਾ ਏ। ਝੋਨੇ ਦੇ ਵਿੱਚ ਤਾਂ ਜਿਹੜੀ ਬਿਲਕੁਲ ਇਹ ਬੰਦੀ ਬਣਦੀ ਨਹੀਂ, ਤੁਸੀਂ ਸਾਰੇ ਜਾਣਦੇ ਹੀ ਹੋ। ਕਣਕ ਦੀ ਬਿਜਾਈ ਸਮੇਂ ਜੇ ਕੋਈ ਖਲਾਈ ਕਰਨੀ ਹੈ ਜਾਂ ਕੁਝ ਹੋਰ ਰਿਪੇਅਰ ਕਰਨੀ ਆ ਉਦੋਂ ਤਾਂ ਆਪਾਂ ਮੰਨ ਵੀ ਸਕਦੇ ਹਾਂ ਵੀ ਚਲੋ ਹਫ਼ਤੇ ਦੀ 10 ਦਿਨ ਦੀ ਬੰਦੀ ਹੋ ਗਈ ਆ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਜੋ ਅੱਜ ਤੁਸੀਂ ਢਲਮਾਲੀ ਕੱਸੀ ਤੇ ਧਰਨਾ ਲਾਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਜਿਹੜਾ ਇਹ ਅੱਜ ਦਾ ਧਰਨਾ ਇਹ ਸਾਡਾ ਲਾਉਣਾ ਇੱਕ ਮਜਬੂਰੀ ਹੈ, ਕਿਉਂਕਿ ਝੋਨੇ ਨੂੰ ਪਾਣੀ ਦੀ ਬਹੁਤ ਲੋੜ ਹੈ ਤੇ ਨਹਿਰੀ ਮਹਿਕਮਾ ਵਾਰੀ-ਵਾਰੀ ਇਸ ਕੱਸੀ ਦੇ ਵਿੱਚ ਟੂਅਰ ਮੈਨਰ ਦੇ ਵਿੱਚ ਬੰਦੀ ਲਿਆ ਰਿਹਾ। ਕੱਸੀਆਂ ਦੇ ਵਿੱਚ ਬੰਦੀ ਆ ਰਹੀ ਆ, ਪਹਿਲਾਂ ਵੀ ਬੰਦ ਕੀਤੀਆਂ ਗਈਆਂ ਔਰ ਕਿਸਾਨਾਂ ਨੇ ਇੱਥੇ ਧਰਨਾ ਲਾ ਕੇ ਜਾਮ ਲਾ ਕੇ ਕੱਸੀ ਚਾਲੂ ਕਰਵਾਈ। ਉਸ ਤੋਂ ਬਾਅਦ 2-3 ਵਾਰ ਫੇਰ ਇਹ ਹੋਇਆ, ਫਿਰ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਪਈ ਤੇ ਪਾਣੀ ਘਟ ਕੇ ਆਉਂਦਾ ਰਿਹਾ। ਜਿਹੜਾ ਘਟਦਾ ਸੀ ਪਾਣੀ ਉਹਦੇ ਨਾਲ ਵੀ ਨੁਕਸਾਨ ਹੋਇਆ ਕਿਸਾਨਾਂ ਦੀਆਂ, ਜਿਨ੍ਹਾਂ ਦੀਆਂ ਵਾਰੀਆਂ ਉਹਨਾਂ ਡੈਮਾਂ ਦੇ ਵਿੱਚ ਸੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਅੱਜ ਝੋਨਾ ਗੋਭ ਤੇ ਆ, ਪਾਣੀ ਦੀ ਬਹੁਤ ਲੋੜ ਹੈ। ਪਾਵਰਕਾਮ ਵੀ ਵਾਰੀ-ਵਾਰੀ ਕੱਟ ਲਾ ਰਿਹਾ, ਪਾਵਰ ਕੱਟ ਦਾ ਬਹਾਨਾ ਬਣਾ ਕੇ ਲਾਈਟ ਘੱਟ ਦਿੱਤੀ ਜਾ ਰਹੀ ਹੈ। ਉਧਰੋਂ ਕੱਸੀ ਬੰਦ ਹੋ ਗਈ ਹੈ, ਇਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੈ। ਸਾਨੂੰ ਇਸ ਨੂੰ ਲੈ ਕੇ ਅੱਜ ਸੜਕਾਂ ਜਾਮ ਕਰਨੀਆਂ ਪਈਆਂ, ਜਿਹੜੀਆਂ ਅਸੀਂ 3 ਪੁਆਇੰਟ ਜਾਮ ਕੀਤੇ ਆ। ਇੱਕ ਜਨੇਰੀਆਂ ਵਾਲਾ ਪੁਲ ਔਰ ਇੱਕ ਕਿੰਗਰਿਆਂ ਵਾਲਾ ਪੁਲ, ਇੱਕ ਰਾਜੋ ਵਾਲਾ। ਸਾਡਾ ਇਹ ਪੁਲ ਦੇ ਉੱਪਰ ਜਾਮ ਲਾਉਣ ਦਾ ਮਤਲਬ ਇਹ ਹੀ ਹੈ ਕਿ ਜਿੰਨਾ ਚਿਰ ਇਸ ਤਰ੍ਹਾਂ ਕੱਸੀਆਂ ਦੇ ਵਿੱਚ ਪਾਣੀ ਪੂਰਾ ਨਹੀਂ ਕੀਤਾ ਜਾਂਦਾ ਔਰ ਮਹਿਕਮਾ ਵਿਸ਼ਵਾਸ ਨਹੀਂ ਦਿਵਾਉਂਦਾ, ਉਹਨਾਂ ਚਿਰ ਇਹ ਸਾਡਾ ਧਰਨਾ ਇਹ ਜਾਮ ਇਸੇ ਤਰ੍ਹਾਂ ਰਹੂਗਾ। ਹਾਂਜੀ ਪ੍ਰਧਾਨ ਜੀ, ਜਿਹੜਾ ਅੱਜ ਧਰਨਾ ਲਾਇਆ ਸੜਕਾਂ ਨੂੰ ਕੋਈ ਜਾਮ ਕੀਤਾ ਹੋਇਆ ਹੈ, ਕਿਸ ਵਜ੍ਹਾ ਤੋਂ ਕੀਤਾ ਹੋਇਆ ਜੀ? ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਰਾਹੀਂ ਜਿਹੜੇ ਤੁਸੀਂ ਸਾਡਾ ਧੰਨਵਾਦ ਕਰਦੇ ਹਾਂ। ਮੈਂ ਜਸਵਿੰਦਰ ਸਿੰਘ ਰਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਨਕਾਦੀਆਂ। ਜਿਹੜਾ ਧਰਨਾ ਅੱਜ ਸਾਡਾ ਲਾਇਆ, ਧਰਨਾ ਜਾਂ ਕੋਈ ਸੜਕਾਂ ਤੇ ਬਹਿਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂਗਾ, ਇੱਕ ਮਜਬੂਰੀ ਹੈ।
ਜਿਹੜਾ ਨਹਿਰੀ ਮਹਿਕਮੇ ਦੀ ਗੱਲ, ਪਾਣੀ ਦੀ ਗੱਲ, ਸਾਡਾ ਜਿਹੜਾ ਥਾੜ ਦਾ ਏਰੀਆ ਹੈ, ਇਹ ਵਿੱਚ ਸਾਡਾ ਜਿਹੜਾ ਥੱਲੜੇ ਬੋਰਾਂ ਦਾ ਪਾਣੀ ਬਹੁਤ ਮਾੜਾ ਹੈ। ਇਸ ਕਰਕੇ ਜਿੰਨਾ ਵੀ ਕੱਸੀ ਦਾ ਪਾਣੀ ਅੱਜ ਸਾਡੇ ਕੋਲੇ ਹੈਗਾ, ਇਹ ਵੀ ਬਹੁਤ ਥੋੜ੍ਹਾ ਪਾਣੀ ਅਸੀਂ ਇਹਨੂੰ ਕਹਿ ਸਕਦੇ ਹਾਂ, ਕੋਈ ਜ਼ਿਆਦਾ ਪਾਣੀ ਨਹੀਂਗਾ। ਉਹ ਵੀ ਆਨਾ ਬਹਾਨਾ ਬਣਾ ਕੇ ਜਿਹੜੇ ਪ੍ਰਸ਼ਾਸਨ ਆ, ਕਦੇ ਦਰਿਆ 'ਚ ਪਾਣੀ ਘੱਟ ਆ ਜੀ, ਕਦੇ ਕੁਛ ਇਹ ਬਹਾਨੇ ਬਣਾ ਕੇ ਵਾਰੀ ਪਿਛਲੀ 18 ਤਰੀਕ ਨੂੰ ਇਹਨਾਂ ਨੇ ਇੱਕ ਇਸੇ ਤਰ੍ਹਾਂ ਬਹਾਨਾ ਬਣਾਇਆ ਸੀ, ਜਦੋਂ ਅਸੀਂ ਉਹਨਾਂ ਨੂੰ ਫਿਰ ਧਰਨੇ ਦੀ ਕੋਈ ਚੇਤਾਵਨੀ ਦਿੱਤੀ ਤਾਂ 19 ਤਰੀਕ ਨੂੰ ਦੁਬਾਰਾ ਨਹਿਰ ਇਹਨਾਂ ਨੇ ਛੱਡਤੀ। ਉਸ ਤੋਂ ਪਹਿਲਾਂ ਵੀ ਹਫ਼ਤਾਬੰਦੀ ਦੀ ਇਹਨਾਂ ਨੇ ਕੀਤੀ ਸੀ ਇਸੇ ਤਰ੍ਹਾਂ ਹੀ। ਉਹ ਇਸੇ ਰੋਡ ਤੇ ਅਸੀਂ ਬੇਸ਼ੱਕ ਦੇ ਉਹ ਦਿੱਲੀ ਸੀਗੇ, ਤਾਂ ਫਿਰ ਵੀ ਕਿਸਾਨਾਂ ਨੇ ਇੱਥੇ ਆਹ ਪੁਆਇੰਟ ਜਿਹੜੇ ਰੋਕੇ ਆ, ਜਿਹੜੇ ਅੱਜ 3 ਪੁਆਇੰਟ ਰੋਕੇ ਆ, ਕਿੰਗਰਾ, ਢਿਲਵਾਂ ਤੇ ਰਾਜੋਵਾਲਾ, ਤਾਂ ਸ਼ਾਮ ਨੂੰ ਇਹਨਾਂ ਨੂੰ ਫਿਰ ਪਾਣੀ ਛੱਡਣਾ ਪਿਆ। ਇਹਨਾਂ ਪੁੱਛਣ ਵਾਲਾ ਹੋਵੇ ਵੀ ਉਦੋਂ ਸ਼ਾਮ ਨੂੰ ਪਾਣੀ ਕਿੱਥੋਂ ਆ ਗਿਆ, ਜੇ ਤੁਹਾਡੇ ਕੋਲ, ਜੇ ਆਪਾਂ ਇਹ ਕਹੀਏ ਜਿਹੜੀ ਚੀਜ਼ ਹੈ ਨਹੀਂ, ਫਿਰ ਉਦੋਂ ਕਿਉਂ ਆ ਜਾਂਦੀ ਹੈ, ਜਦੋਂ ਆਪਾਂ ਕੋਈ ਇਹਨਾਂ ਦਾ ਧਰਨਾ ਪ੍ਰਦਰਸ਼ਨ ਕਰਦੇ ਹਾਂ। ਇਸ ਕਰਕੇ ਇਹ ਸਰਕਾਰਾਂ ਦੀਆਂ ਨੀਤੀਆਂ ਕਿ ਦਿੱਲੀ ਮੋਰਚਾ, ਅਸਲ ਹਰ ਦਾ ਇਹ ਗੱਲ ਆ ਵੀ ਦਿੱਲੀ ਮੋਰਚਾ ਕਿਸੇ ਨਾ ਕਿਸੇ ਹਿਸਾਬ ਨਾਲ ਉੱਥੋਂ ਧਿਆਨ ਹਟਾ ਕੇ ਇੱਧਰ ਨੂੰ ਲੋਕਾਂ ਦਾ ਧਿਆਨ ਕੀਤਾ ਜਾਵੇ। ਲੋਕਾਂ ਨੂੰ ਛੋਟੇ ਪੁਆਇੰਟਾਂ ਦੇ ਉੱਤੇ ਭਾ ਕੇ, ਕੋਈ ਅੰਡਾਨੀਆਂ 'ਤੇ ਬੈਠਾ, ਕੋਈ ਅਸੀਂ ਸੜਕਾਂ 'ਤੇ ਬੈਠੇ ਆ। ਇਸ ਕਰਕੇ ਦਿੱਲੀ ਦਾ ਮੋਰਚਾ ਟੋਲ ਪਲਾਜ਼ਿਆਂ 'ਤੇ ਬੈਠੇ ਆ। ਤਾਂ ਦਿੱਲੀ ਮੋਰਚੇ ਤੋਂ ਧਿਆਨ ਹਟਾਉਣ ਦੇ ਮਾਰੇ ਮੇਰੀ ਤਾਂ ਇਹ ਹੈ ਕਿ ਸਾਨੂੰ ਇਹ ਜਾਣ ਕੇ ਖੱਜਲ ਖੁਆਰ ਕਰਦੇ ਆ। ਕੋਈ ਪਿੱਛੋਂ ਪਾਣੀ ਦੀ ਕਮੀ ਨਹੀਂ। ਪਾਣੀ ਨੇ ਤਾਂ ਆ ਪਿਛਲੇ ਦਿਨ ਇੱਕ ਹਫ਼ਤਾ ਨਹੀਂ ਹੋਇਆ, ਜੇ ਬਠਿੰਡਾ ਏਰੀਆ ਲਾ ਲਓ, ਮੋਗਾ ਏਰੀਆ ਲਾ ਲਓ, ਇਹ ਇੰਨੀ ਬਾਰਿਸ਼ ਹੋਈ ਆ ਕਿ ਉਹ ਏਰੀਆ ਡੋਬ ਦਿੱਤੇ ਆ। ਵਟਾਂ ਟੁੱਟ ਗਈਆਂ ਲੋਕਾਂ ਦੀਆਂ, ਲੜਾਈਆਂ ਹੋਈਆਂ ਲੋਕਾਂ ਦੀਆਂ। ਤੇ ਇੱਥੇ ਸਾਡੇ ਵਾਰੀ ਆਖਦੇ ਕਿ ਦਰਿਆ 'ਚ ਪਾਣੀ ਹੈ ਨਹੀਂਗਾ। ਇਸ ਕਰਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਜਿੰਨਾ ਚਿਰ ਨਹਿਰ ਦੇ ਵਿੱਚ ਪਾਣੀ ਆਉਂਦਾ ਨਹੀਂ ਔਰ ਅਗਲੀ ਬੰਦੀ ਵਾਸਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੇ ਕਿ ਅਸੀਂ ਬੰਦੀ ਨਹੀਂ ਕਰਾਂਗੇ, ਉਹਨਾਂ ਚਿਰ ਜਿਹੜਾ ਸਾਡਾ ਧਰਨਾ ਨਿਰੰਤਰ ਜਾਰੀ ਰਹੂਗਾ। ਚਾਹੇ ਰਾਤ ਨੂੰ ਵੀ ਸਾਨੂੰ ਇੱਥੇ ਬਹਿਣਾ ਪਵੇ, ਚਾਹੇ ਦਿਨੇ ਬਹਿਣਾ ਪਵੇ, ਕੋਈ ਚੱਕਰ ਨਹੀਂ ਹੈ। ਜੇ ਅਸੀਂ ਦਿੱਲੀ 10 ਮਹੀਨੇ ਤੋਂ ਬੈਠੇ ਹਾਂ ਤਾਂ ਇੱਥੇ ਅਸੀਂ 2 ਦਿਨ ਬਹਿ ਜਾਾਂਗੇ, ਸਾਨੂੰ ਕੋਈ ਫਰਕ ਨਹੀਂ। ਅਸੀਂ ਤਾਂ ਇੱਥੋਂ ਕਿਲੋਮੀਟਰ ਤੋਂ ਉੱਠ ਕੇ ਆ ਗਏ, ਉੱਥੇ ਸਾਨੂੰ 400 ਕਿਲੋਮੀਟਰ ਜਾ ਕੇ ਅਸੀਂ ਬੈਠੇ ਹਾਂ। ਇਸ ਕਰਕੇ ਜਿੰਨਾ ਚਿਰ ਨਹਿਰਾਂ ਨਹੀਂ ਛੱਡਦੇ ਉਹਨਾਂ ਚਿਰ ਸਾਡਾ ਇਹ ਜਿਹੜਾ ਜੰਗ ਹੈ ਜਾਰੀ ਰਹੂਗਾ। ਸਰ, ਜੋ ਧਰਨਾ ਲਾਇਆ ਗਿਆ ਕਿਹਨਾਂ ਦੀ ਅਗਵਾਈ ਹੇਠ ਲਾਇਆ ਗਿਆ? ਅਗਵਾਈ ਜੀ ਸਾਡਾ ਸੰਯੁਕਤ ਮੋਰਚੇ ਦੀ ਅਗਵਾਈ ਇਹ। ਜੋ ਵੀ ਅਸੀਂ ਉੱਥੇ ਦਿੱਲੀ ਲੜਦੇ ਜਿਸ ਤਰ੍ਹਾਂ, ਉਸੇ ਤਰ੍ਹਾਂ ਇੱਥੇ ਕੋਈ ਖਾਸ ਜਥੇਬੰਦੀ ਕਿਸੇ ਦਾ ਨਹੀਂ। ਇਹ ਚਾਹੇ ਕੋਈ ਸਿੱਧੂਪੁਰਾ, ਚਾਹੇ ਅਸੀਂ ਕਾਦੀਆਂ, ਸਾਰੀਆਂ ਜਥੇਬੰਦੀਆਂ ਦਾ ਸਾਨੂੰ ਸਹਿਯੋਗ ਹੈ, ਕਿਉਂਕਿ ਅਸੀਂ ਇੱਥੇ ਜਿੰਨੀਆਂ ਜਥੇਬੰਦੀਆਂ, ਅਸੀਂ ਹਰੇਕ ਜਿਹੜਾ ਕੋਈ ਸਾਂਝਾ ਮੁੱਦਾ ਹੈ ਉਹ ਅਸੀਂ ਰਲ ਕੇ ਲੜਦੇ ਹਾਂ। ਹਾਂਜੀ ਗੁਰਜੋਤ ਸਿੰਘ ਜੀ, ਤੁਸੀਂ ਅੱਜ ਇੱਥੇ ਧਰਨਾ ਲਾ ਕੇ ਬੈਠੇ ਹੋ ਸੜਕ ਤੇ, ਤੁਹਾਡਾ ਕੀ ਕਹਿਣਾ ਇਸ ਬਾਰੇ? ਸਾਡਾ ਇਹੋ ਹੀ ਕਹਿਣਾ ਜੀ, ਇਹ ਜਿਹੜੀਆਂ ਆਪਣੀਆਂ ਚਾਹੇ ਸੈਂਟਰ ਆ ਚਾਹੇ ਪੰਜਾਬ ਆ, ਇਹ ਸਰਕਾਰਾਂ ਇੰਨੀਆਂ ਢੀਠ ਆ। ਕੋਈ ਵੀ ਜਦੋਂ ਸਾਨੂੰ ਹੱਕ ਲੈਣਾ ਪੈਂਦਾ ਉਹ ਧਰਨੇ ਤੋਂ ਬਿਨਾਂ ਨਹੀਂ ਮਿਲਦਾ। ਜੇਕਰ ਆਪਣੇ ਕਿਤੇ ਖਾਦ ਦੀ ਸ਼ਾਰਟੇਜ ਆਉਂਦੀ ਆ, ਉਸ ਦੇ ਸੰਬੰਧ 'ਚ ਵੀ ਸਾਨੂੰ ਧਰਨਾ ਲਾਉਣਾ ਪੈਂਦਾ। ਜੇ ਕਿਤੇ ਬਿਜਲੀ ਮਹਿਕਮਾ ਵਾਧੂ ਕੱਟ ਲਾਉਂਦਾ ਨਜਾਇਜ਼, ਉਸ ਦੇ ਸੰਬੰਧ 'ਚ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ। ਤੇ ਅੱਜ ਜੇਕਰ ਸਾਡਾ ਹੀ ਫਸਲ ਸਾਡੀ ਨਸਾਰੇ ਤੇ ਆ, ਬੇਹੱਦ ਸਾਨੂੰ ਪਾਣੀ ਦੀ ਲੋੜ ਆ। ਇੱਕ ਪਾਸੇ ਤਾਂ ਬਿਜਲੀ ਮਹਿਕਮਾ ਬੇਫਾਲਤੂ ਦੇ ਕੱਟ ਲਾ ਰਿਹਾ ਏ, ਅਤੇ ਦੂਜੇ ਪਾਸੇ ਨਹਿਰੀ ਵਿਭਾਗ ਨੇ ਜਿਹੜੀ ਹੈ 1 ਹਫ਼ਤੇ ਦੀ ਕੱਸੀਆਂ ਦੇ ਵਿੱਚ ਬੰਦੀ ਕਰਤੀ ਆ। ਜਿਸ ਤਰ੍ਹਾਂ ਪਹਿਲਾਂ ਪ੍ਰਧਾਨ ਜੀ ਨੇ ਗੱਲ ਕੀਤੀ ਆ, ਡੈਮਾਂ ਦੇ ਵਿੱਚ ਪਾਣੀ ਪਿੱਛੇ ਵਾਧੂ ਆ। ਬਿਲਕੁਲ ਜਾਣ ਬੁੱਝ ਕੇ ਕਿਸਾਨੀ ਨੂੰ ਪਰੇਸ਼ਾਨ ਕਰਨ ਵਾਸਤੇ ਜਿਹੜੀ ਹਫ਼ਤੇ ਦੀ ਬੰਦੀ ਦਿੱਤੀ ਗਈ ਆ, ਤਾਂ ਕਿ ਜਿਹੜੇ ਕਿਸਾਨ ਆ ਦਿੱਲੀ ਵਾਲੇ ਪਾਸੇ ਉਹਨਾਂ ਦਾ ਧਿਆਨ ਭਟਕ ਸਕੇ। ਸੋ ਸਾਰੀਆਂ, ਚਾਹੇ ਆਪਾਂ ਸੂਬਾ ਸਰਕਾਰਾਂ ਦੀ ਗੱਲ ਕਰੀਏ, ਚਾਹੇ ਮੌਜੂਦਾ ਨੇ, ਚਾਹੇ ਸਾਬਕਾ ਨੇ, ਉਹ ਸਾਰੀਆਂ ਕਿਸਾਨੀ ਦੇ ਪੱਖ ਦੇ ਵਿੱਚ ਤਾਂ ਬਿਲਕੁਲ ਨਹੀਂ ਆ। ਉਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਅਤੇ ਕਿਸਾਨੀ ਨੂੰ ਕਿਵੇਂ ਨਾ ਕਿਵੇਂ ਪਰੇਸ਼ਾਨ ਕਰਕੇ ਬੇਜ਼ਮੀਨੇ ਕਰਨ ਵਾਲੇ ਪਾਸੇ ਤੁਰੀਆਂ ਹੋਈਆਂ ਨੇ। ਪਰ ਅੱਜ ਦਾ ਜਿਹੜਾ ਸਾਡਾ ਧਰਨਾ ਹੈ, ਜਿੰਨਾ ਚਿਰ ਕੱਸੀਆਂ ਦੇ ਵਿੱਚ, ਸਾਡੇ ਮੋਗਿਆਂ ਦੇ ਵਿੱਚ ਪਾਣੀ ਨਹੀਂ ਪੈਣ ਲੱਗਦਾ, ਉਹਨਾਂ ਟਾਈਮ ਸਾਡਾ ਇਹ ਧਰਨਾ ਲਗਾਤਾਰ ਜਾਰੀ ਰਹੂਗਾ। ਚਾਹੇ 1 ਦਿਨ ਲੱਗੇ, ਚਾਹੇ 2 ਲੱਗਣ, ਚਾਹੇ ਹਫ਼ਤਾ ਲੱਗੇ। ਜਿੰਨਾ ਟਾਈਮ ਸਾਡਾ ਨਹਿਰੀ ਮਹਿਕਮਾ ਉਹ ਲਿਖਤੀ ਰੂਪ ਦੇ ਵਿੱਚ ਸਾਨੂੰ ਭਰੋਸਾ ਨਹੀਂ ਦਿੰਦਾ ਵੀ ਜਿੰਨਾ ਟਾਈਮ ਸਾਡੀ ਝੋਨੇ ਦੀ ਫਸਲ ਵੱਢੀ ਨਹੀਂ ਜਾਂਦੀ, ਅੱਗੇ ਕਣਕ ਬਿਜਾਈ ਤੱਕ ਦੀਆਂ ਰੋਣੀਆਂ ਨਹੀਂ ਹੋ ਜਾਂਦੀਆਂ, ਕੱਸੀਆਂ ਦੇ ਵਿੱਚ ਜਿਹੜਾ ਪਾਣੀ ਚੱਲਦਾ ਰਹੂਗਾ, ਉਹਨਾਂ ਟਾਈਮ ਸਾਡਾ ਜਿਹੜਾ ਧਰਨਾ ਹੈ ਇਹ ਚੱਲਦਾ ਰਹੂਗਾ। ਐਗਰੀਮੈਂਟ ਭਰਾ ਲੈ ਲੋਕਾਂ। ਹਾਂਜੀ, ਮੇਰਾ ਨਾਮ ਗਮਦੂਰ ਸਿੰਘ, ਪਿੰਡ ਸੰਗਰਹੂ, BKU ਕਾਦੀਆਂ, ਜ਼ਿਲ੍ਹਾ ਪ੍ਰੈਸ ਸਕੱਤਰ। ਮੈਂ ਸਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਪਾਵਰਕਾਮ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਪਹਿਲਾਂ ਤਾਂ ਜੂਨ ਤੇ ਜੁਲਾਈ ਦੇ ਮਹੀਨਿਆਂ ਦੇ ਵਿੱਚ ਇਹਨਾਂ ਨੇ ਇਹ ਗੱਲ ਨੂੰ ਪੱਕਾ ਕੀਤਾ ਕਿ ਪਿੱਛੋਂ ਲਾਈਟ ਕੱਟ ਆ, ਬਾਰਿਸ਼ ਨਹੀਂ ਹੋ ਰਹੀ, ਇਸ ਕਰਕੇ ਪਾਵਰ ਕੱਟ ਲੱਗ ਰਿਹਾ। ਹੁਣ ਤਾਂ ਬਾਰਿਸ਼ ਵੀ ਹੋ ਚੁੱਕੀ ਆ। ਪਹਿਲਾਂ ਘਰਾਂ 'ਚ ਲਾਈਟ ਕੱਟ ਲੱਗ ਰਿਹਾ ਸੀ, ਪਾਵਰ ਕੱਟ ਹੁਣ ਖੇਤਾਂ ਵਾਲੀ ਜਿਹੜੀ ਸਾਡੀ ਜਾਤੀ ਆ, ਫਸਲ ਸਾਡੀ ਤਿਆਰ ਹੋਣ ਤੇ ਕਿਨਾਰੇ ਪਹੁੰਚੀ ਹੋਈ ਆ, ਉਹਦੇ 'ਤੇ ਪਾਵਰ ਕੱਟ ਲਾ ਰਹੇ ਆ। ਪਾਵਰਕਾਮ ਦੀ ਨਲਾਇਕੀ ਆ। ਦੂਜਾ, ਇਰੀਗੇਸ਼ਨ ਮਹਿਕਮੇ ਦਾ ਦੂਸਰਾ, ਸਾਡੇ ਸਾਹਮਣੇ ਕਿਸਾਨਾਂ ਨੇ ਸਾਡੇ ਕੋਲ ਰੋਸ ਜ਼ਾਹਰ ਕੀਤਾ ਕਿ ਸਾਡੇ ਕੋਲੋਂ ਜਿਹੜੀਆਂ ਆਰਜੀ ਮੋਗੀਆਂ ਉਹਨਾਂ ਦੇ ਪੈਸੇ ਭਰਾ ਲਏ ਗਏ ਆ ਤੇ ਸਾਨੂੰ ਆਰਜੀ ਮੋਗੀਆਂ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਬੇਨਤੀ ਕਰੂੰ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਆਰਜੀ ਮੋਗੀਆਂ ਦੇ ਜਿਨ੍ਹਾਂ ਕਿਸਾਨਾਂ ਤੋਂ ਪੈਸੇ ਭਰਾਏ ਗਏ, ਉਹ ਆਰਜੀ ਮੋਗੀਆਂ ਵੀ ਚਾਲੂ ਕਰਾਈਆਂ ਜਾਣ।
ਨੰਬਰ 3 ਤੇ ਅੱਗੇ ਮੈਂ ਇੱਕ ਹੋਰ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਇਹ ਸੁਨੇਹਾ ਲਾਉਣਾ ਚਾਹੁੰਦਾ ਕਿ ਸਾਨੂੰ ਪਤਾ ਲੱਗਾ ਭਰੋਸੇਯੋਗ ਸੂਤਰਾਂ ਤੋਂ ਕਿ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਬਿਜਾਈ ਵੇਲੇ ਡੀਏਪੀ ਦੀ ਬਹੁਤ ਵੱਡੀ ਸ਼ਾਰਟ ਆ ਰਹੀ ਹੈ, ਕਿਉਂਕਿ ਡੀਏਪੀ ਦੀ ਜਿਹੜੀ ਪ੍ਰਾਈਵੇਟ ਕਾਰਪੋਰੇਟ ਘਰਾਣੇ ਦੇ ਕੋਲੇ ਆ ਉਹਨੇ ਹੱਥ ਪਿੱਛੇ ਖਿੱਚ ਲਿਆ ਗਿਆ ਸਾਡਾ ਦਿੱਲੀ ਦਾ ਮੋਰਚਾ ਤਾਰਪੀੜੋ ਕਰਨ ਵਾਸਤੇ। ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਡੀਏਪੀ ਦੀ ਸ਼ਾਰਟ ਮੂਹਰੇ ਆਊਗੀ, ਉਹਦੇ ਧਿਆਨ ਹਿੱਤ ਪੰਜਾਬ ਸਰਕਾਰ ਪਹਿਲਾਂ ਹੀ ਆਪਦੀ ਨਜ਼ਰਸਾਨੀ ਕਰੇ ਤੇ ਕਿਸਾਨਾਂ ਦਾ ਨੁਕਸਾਨ ਨਾ ਹੋਏ। ਕਣਕ ਦੀ ਬਿਜਾਈ ਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖ ਲਿਆ ਜਾਵੇ। ਇੰਨੀਆਂ ਬੇਨਤੀਆਂ ਕਰਦਾ ਖਿਮਾ ਜਾ